ਹੁਣ ਅਸੀਂ ਚੱਲਾਂਗੇ ਆਪਣੇ ਟੌਪਿਕ ਵੱਲ, ਜੋ ਕਿ ਸਾਡਾ ਟੌਪਿਕ ਹੈ ਅੱਜ ਕਟਿੰਗ ਟੂਲਸ। ਸਭ ਤੋਂ ਪਹਿਲਾਂ ਲੈ ਕੇ ਚੱਲਾਂਗੇ ਅਸੀਂ ਕਟਿੰਗ ਟੂਲਸ ਕੀ ਹੁੰਦੇ ਹਨ। ਆਓ ਅਸੀਂ ਆਪਣੇ ਟੌਪਿਕ ਵੱਲ ਵਧੀਏ ਸਲਾਈਡ ਦੇ ਨਾਲ। ਕਟਿੰਗ ਟੂਲ ਲੇਥ ਮਸ਼ੀਨ ਉੱਤੇ ਤਿੰਨ ਤਰ੍ਹਾਂ ਦੇ ਕਟਿੰਗ ਟੂਲਸ ਵਰਤੋਂ ਵਿੱਚ ਲਿਆਏ ਜਾਂਦੇ ਹਨ। ਜੋ ਸਾਡੀ ਲੇਥ ਮਸ਼ੀਨ ਹੈ ਉਸ ਦੇ ਉੱਤੇ ਜੋ ਵੀ ਵੱਖ-ਵੱਖ ਅਸੀਂ ਆਪਰੇਸ਼ਨਸ ਕਰਦੇ ਹਾਂ, ਅਸੀਂ ਉਹ ਆਪਰੇਸ਼ਨਸ ਕਟਿੰਗ ਟੂਲ ਤੋਂ ਬਗੈਰ ਨਹੀਂ ਕਰ ਸਕਾਂਗੇ। ਇਸ ਕਰਕੇ ਲੇਥ ਮਸ਼ੀਨ ਦੇ ਉੱਤੇ ਉਹ ਕਿਹੜੇ-ਕਿਹੜੇ ਕਟਿੰਗ ਟੂਲਸ ਹਨ ਜਿਹੜੇ ਅਸੀਂ ਵਰਤੋਂ ਵਿੱਚ ਲਿਆਂਦੇ ਹਾਂ। ਨੰਬਰ 1 ਸਿੰਗਲ ਪੁਆਇੰਟ ਕਟਿੰਗ ਟੂਲ, ਮਲਟੀ ਪੁਆਇੰਟ, ਨੰਬਰ 2 ਮਲਟੀ ਪੁਆਇੰਟਸ ਕਟਿੰਗ ਟੂਲ, ਨੰਬਰ 3 ਫਾਰਮ ਟੂਲਸ। ਇਹ ਤਿੰਨ ਤਰ੍ਹਾਂ ਦੇ ਟੂਲਸ ਹਨ ਜਿਹੜੇ ਅਸੀਂ ਲੇਥ ਮਸ਼ੀਨ ਦੇ ਉੱਤੇ ਵਰਤੋਂ ਵਿੱਚ ਲਿਆਂਦੇ ਹਾਂ, ਜਿਨ੍ਹਾਂ ਦੀ ਸਹਾਇਤਾ ਦੇ ਨਾਲ ਅਸੀਂ ਵੱਖ-ਵੱਖ ਆਪਰੇਸ਼ਨਸ ਕਰਦੇ ਹਾਂ। ਅਸੀਂ ਇੱਥੇ ਗੱਲ ਕੀਤੀ ਹੈ ਸਿੰਗਲ ਪੁਆਇੰਟ ਕਟਿੰਗ ਟੂਲ ਦੀ। ਸਭ ਤੋਂ ਪਹਿਲਾਂ ਗੱਲ ਕੀਤੀ ਹੈ ਸਿੰਗਲ ਪੁਆਇੰਟ ਕਟਿੰਗ ਟੂਲਸ ਦੀ। ਆਓ ਅਸੀਂ ਇਹਦੇ ਬਾਰੇ ਚ ਜਾਣੀਏ ਕਿ ਸਿੰਗਲ ਪੁਆਇੰਟ ਕਟਿੰਗ ਟੂਲਸ ਕੀ ਹੁੰਦੇ ਹਨ। ਜਿਵੇਂ ਕਿ ਲੇਥ ਮਸ਼ੀਨ ਤੇ ਕੁਝ ਅਜਿਹੇ ਕਟਿੰਗ ਟੂਲਸ ਵਰਤੇ ਜਾਂਦੇ ਹਨ ਜਿਨ੍ਹਾਂ ਦਾ ਸਿਰਫ ਇੱਕ ਹੀ ਕਟਿੰਗ ਐਜ ਹੁੰਦਾ ਹੈ। ਜ਼ਿਆਦਾਤਰ ਲੇਥ ਮਸ਼ੀਨ ਦੇ ਉੱਤੇ ਸਿੰਗਲ ਐਜ ਕਟਿੰਗ ਟੂਲ ਹੀ ਆਪਾਂ ਵਰਤਦੇ ਹਾਂ। ਜਿਵੇਂ ਕਿ ਤੁਸੀਂ ਦੇਖਿਆ ਜਦੋਂ ਵੀ ਅਸੀਂ ਕੋਈ ਕੱਟ ਲਗਾਉਣਾ ਹੁੰਦਾ ਹੈ ਤੇ ਅਸੀਂ ਸਿੰਗਲ ਐਜ ਟੂਲ ਦੇ ਨਾਲ ਹੀ ਲਗਾਉਂਦੇ ਹਾਂ। ਇਸ ਕਰਕੇ ਸਿੰਗਲ ਐਜ ਟੂਲ ਜਿਹੜਾ ਹੈਗਾ ਇਹ ਸਾਡੇ ਕੋਲ, ਇਸ ਨੂੰ ਅਸੀਂ ਸਾਈਡ ਕਟਿੰਗ ਟੂਲ ਜਾਂ ਐਜ ਕਟਿੰਗ ਟੂਲ, ਦੋ ਤਰ੍ਹਾਂ ਦੇ ਨਾਲ ਅਸੀਂ ਇਹਨੂੰ ਅੱਗੇ ਲੈ ਕੇ ਚੱਲਾਂਗੇ। ਕਿ ਇੱਕ ਤੋਂ ਸਿਰਫ ਕੀ ਹੁੰਦਾ ਹੈ, ਸਾਈਡ ਕਟਿੰਗ ਟੂਲ ਨੂੰ ਯੂਜ਼ ਕਰਦੇ ਹਾਂ ਕਿ ਪੂਰੀ ਸਾਈਡ ਆਪਾਂ ਲਗਾਉਂਦੇ ਹਾਂ। ਜਿਵੇਂ ਕਿ ਸਾਡੇ ਕੋਲ ਥੱਲੇ ਸਲਾਈਡਾਂ ਦੇ ਵਿੱਚ ਦਿੱਤਾ ਗਿਆ ਹੈ, ਸ਼ੋ ਹੋ ਰਿਹਾ ਹੈ ਇਹ ਵਾਲਾ, ਕਿ ਪੂਰੀ ਦੀ ਪੂਰੀ ਸਾਈਡ ਟੱਚ ਹੋ ਰਹੀ ਹੈ। ਠੀਕ ਹੈ। ਦੂਸਰਾ ਹੈਗਾ ਐਜ, ਆ ਕਾਰਨਰ ਸਾਡਾ ਸ਼ੋ ਕਰਦਾ ਹੈ ਕਿ ਸਿਰਫ ਤੋਂ ਅਸੀਂ ਕਟਿੰਗ ਉਹਦੇ ਐਜ ਤੋਂ ਕਰਨੀ ਹੈ। ਆਓ ਅਸੀਂ ਜਾਣੀਏ ਸਿੰਗਲ ਕਟਿੰਗ ਟੂਲ ਦੇ ਬਾਰੇ ਦੇ ਵਿੱਚ ਕਿ ਸਗਨ ਉਹ ਕੀ ਹੁੰਦਾ ਹੈ, ਕਿਵੇਂ ਵਰਕ ਕਰਦਾ ਹੈ। ਇਸ ਤਰ੍ਹਾਂ ਦੇ ਕਟਿੰਗ ਟੂਲਸ ਦੇ ਵਿੱਚ ਕਟਿੰਗ ਐਜ ਸਾਈਡ ਹੁੰਦਾ ਹੈ, ਉਹਦੇ ਬਿਲਕੁਲ ਕਾਰਨਰ ਤੇ ਕਟਿੰਗ ਐਜ ਹੁੰਦਾ ਹੈ। ਇੱਕ ਪਾਸੇ ਹੁੰਦਾ ਹੈ ਜਿਵੇਂ ਕਿ ਖੱਬੀ ਸਾਈਡ ਵੱਲ ਅਤੇ ਸੱਜੀ ਸਾਈਡ ਵੱਲ, ਸੱਜੀ ਸਾਈਡ ਵੱਲ ਜਾਂ ਫਿਰ ਖੱਬੀ ਸਾਈਡ ਵੱਲ ਕਟਿੰਗ ਐਜ ਹੁੰਦਾ ਹੈ। ਅਤੇ ਅਸੀਂ ਇਸ ਦੀ ਬਣਾਵਟ ਜਿਹੜੀ ਹੈ ਕਿ ਦੇਖਾਂਗੇ ਕਿ ਸੱਜੀ ਸਾਈਡ ਜਾਂ ਫਿਰ ਖੱਬੀ ਸਾਈਡ ਦਾ ਜਿਹੜਾ ਹੈਗਾ ਉਹ ਕਿਵੇਂ ਹੈ। ਜਿਵੇਂ ਕਿ ਸਾਈਡ ਟਾਈਪ, ਇਨ ਸੋਲਿਡ ਟਾਈਪ, ਇਨਸਰਟਡ, ਬਿਟ ਹੋਲਡਰ, ਥਰੋ ਅਵੇ ਟਾਈਪ ਜਾਂ ਫਿਰ ਬ੍ਰੇਸਡ ਟੂਲ। ਇਹ ਅੱਗੇ ਸਾਡੇ ਨਾ ਚਾਰ ਤਰ੍ਹਾਂ ਦੇ ਟੂਲਸ ਅਸੀਂ ਲੈ ਕੇ ਚੱਲੇ ਹਾਂ। ਦੇਖੋ ਅੱਗੇ ਵੀ ਕਟਿੰਗ ਟੂਲ ਅੱਗੇ ਵੱਧਦੇ ਜਾ ਰਹੇ, ਜਿੰਨੀ ਆਪਾਂ ਦੀ ਡੂੰਘਾਈ ਦੇ ਵਿੱਚ ਜਾਂਦੇ ਜਾਵਾਂਗੇ ਉਨਾ ਹੀ ਸਾਨੂੰ ਵੱਧ ਪਤਾ ਲੱਗਦਾ ਜਾਊਗਾ ਕਿ ਪਹਿਲੇ ਤਾਂ ਸਾਨੂੰ ਪਤਾ ਹੈ ਕਿ ਕਟਿੰਗ ਟੂਲ ਕੀ ਹੁੰਦਾ ਹੈ। ਆਪਾਂ ਇੱਕ ਜਨਰਲੀ ਦੇਖਦੇ ਹਾਂ ਕਿ ਕਟਿੰਗ ਟੂਲ ਦੇਖਣ ਨੂੰ ਇੱਕ ਸਿੰਪਲ ਜਿਹੀ ਚੀਜ਼ ਹੈ, ਬਟ ਜਦੋਂ ਅਸੀਂ ਅੱਗੇ ਵੱਧਦੇ ਜਾਵਾਂਗੇ ਇਸ ਦੀਆਂ ਟਾਈਪ ਸਾਨੂੰ ਪਤਾ ਲੱਗਦਾ ਜਾਏਗਾ ਕਿ ਟੂਲ ਜਿਹੜਾ ਹੈਗਾ, ਸਾਨੂੰ ਇੰਨਾ ਤਾਂ ਪਤਾ ਹੈ ਕਿ ਕਟਿੰਗ ਟੂਲ ਹੁੰਦਾ, ਬਟ ਉਹਦੀਆਂ ਜੋ ਸਾਈਡਸ ਅੱਗੇ ਜੋ ਉਹਦੀਆਂ ਕਲਾਸੀਫਿਕੇਸ਼ਨਸ ਹੈਗੀਆਂ ਜਾਂ ਉਹਦੀਆਂ ਟਾਈਪਸ ਹੈਗੀਆਂ ਨਾ, ਉਹ ਕਿੰਨੀ ਤਰ੍ਹਾਂ ਦੀਆਂ ਹੈ ਅੱਗੇ ਸਾਨੂੰ ਉਹਦੇ ਜਾਣਨ ਤੋਂ ਪਤਾ ਚੱਲਦਾ ਹੈ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਇੱਥੇ ਸਾਡੇ ਕੋਲ ਦੋ ਤਰ੍ਹਾਂ ਦੇ ਟੂਲ ਆਉਂਦੇ ਆ। ਇੱਕ ਆਉਂਦਾ ਲੈਫਟ ਹੈਂਡ ਕਟਿੰਗ ਟੂਲਸ, ਦੂਸਰਾ ਆ ਜਾਂਦਾ ਹੈ ਰਾਈਟ ਹੈਂਡ ਕਟਿੰਗ ਟੂਲਸ। ਆਓ ਜਾਣੀਏ ਅਸੀਂ ਲੈਫਟ ਹੈਂਡ ਔਰ ਰਾਈਟ ਹੈਂਡ ਦਾ ਕੀ ਮਤਲਬ ਹੈ, ਲੈਫਟ ਹੈਂਡ ਟੂਲ ਕੀ ਹੁੰਦਾ ਹੈ ਔਰ ਰਾਈਟ ਹੈਂਡ ਟੂਲ ਕੀ ਹੁੰਦਾ ਹੈ। ਇਸ ਜਿਹੜਾ ਹੈ ਸਭ ਤੋਂ ਪਹਿਲਾਂ ਅਸੀਂ ਲੈਫਟ ਹੈਂਡ ਟੂਲ ਸਾਈਡ ਟੂਲ ਲਈਏ। ਇਸ ਦੇ ਵਿੱਚ ਕੀ ਹੈ, ਇਸ ਟਾਈਪ ਦੇ ਟੂਲ ਜਿਹੜੇ ਹੈਗੇ, ਕਟਿੰਗ ਟੂਲ ਜਿਹੜੇ ਹੈਗੇ, ਇਸ ਦੇ ਦੁਆਰਾ ਕੀ ਹੁੰਦਾ ਹੈ ਕਿ ਅਸੀਂ ਜਦੋਂ ਮਸ਼ੀਨ ਦੇ ਉੱਤੇ ਖੜੇ ਹੁੰਦੇ ਹਾਂ ਤੇ ਮਸ਼ੀਨ ਦਾ ਜੋ ਹੈਡ ਸਟਾਕ ਹੈ, ਅਸੀਂ ਉਹ ਦੇਖਦੇ ਹਾਂ ਕਿ ਮਸ਼ੀਨ ਦਾ ਜੋ ਹੈਡ ਸਟਾਕ ਹੈ ਤੇ ਉਸ ਪਾਸਿਓਂ ਆਪਾਂ ਕੱਟ ਲਗਾਉਣਾ ਸ਼ੁਰੂ ਕਰਦੇ ਹਾਂ ਔਰ ਲਗਾਉਂਦੇ ਲਗਾਉਂਦੇ ਅਸੀਂ ਰਾਈਟ ਸਾਈਡ ਨੂੰ ਚਲੇ ਜਾਂਦੇ ਹਾਂ। ਮਤਲਬ ਕਿ ਆਪਣੇ ਖੱਬੇ ਹੱਥ ਵਾਲੇ ਪਾਸੇ ਤੋਂ ਕੱਟ ਲਗਾਉਣਾ ਸ਼ੁਰੂ ਕਰਾਂਗੇ ਔਰ ਸੱਜੇ ਪਾਸੇ ਵੱਲ ਨੂੰ ਅਸੀਂ ਕੱਟ ਲਗਾਉਂਦੇ ਵੱਧਦੇ ਚਲੇ ਜਾਂਦੇ ਹਾਂ। ਇਸ ਲਈ ਇਸ ਨੂੰ ਅਸੀਂ ਲੈਫਟ ਹੈਂਡ ਸਾਈਡ ਕਟਿੰਗ ਟੂਲ ਕਹਿੰਦੇ ਹਾਂ।
ਉਸ ਤੋਂ ਬਾਅਦ ਸਾਡਾ ਨੈਕਸਟ ਆ ਜਾਂਦਾ ਹੈ ਰਾਈਟ ਹੈਂਡ ਟੂਲ। ਰਾਈਟ ਹੈਂਡ ਟੂਲ ਕੀ ਹੈਗਾ, ਰਾਈਟ ਹੈਂਡ ਸਾਈਡ ਵਾਲਾ ਟੂਲ ਕੀ ਹੈਗਾ, ਇਹ ਬਿਲਕੁਲ ਉਸ ਤੋਂ ਉਲਟ ਹੈ ਕਿ ਜਿਵੇਂ ਕਿ ਸਾਡੀ ਮਸ਼ੀਨ ਦਾ ਸਾਨੂੰ ਪਤਾ ਹੈ ਕਿ ਉਸ ਦਾ ਹੈਡ ਸਟਾਕ ਲੈਫਟ ਸਾਈਡ ਹੈ ਔਰ ਟੇਲ ਸਟਾਕ ਉਸ ਦਾ ਰਾਈਟ ਸਾਈਡ ਹੈ। ਇਹ ਜਿਹੜਾ ਸਾਡਾ ਟੂਲ ਹੈ, ਇਹ ਅਸੀਂ ਟੂਲ ਜਿਹੜਾ ਸਾਡਾ ਅਸੀਂ ਰਾਈਟ ਸਾਈਡ ਤੋਂ ਕੱਟ ਲਗਾਉਣਾ ਸ਼ੁਰੂ ਕਰਦੇ ਹਾਂ। ਇਸ ਦੀ ਜੋ ਬਣਾਵਟ ਹੈ ਇਹ ਰਾਈਟ ਸਾਈਡ ਤੋਂ ਆਪਾਂ ਲੈਫਟ ਸਾਈਡ ਨੂੰ ਟੂਲ ਆਪਾਂ ਕੱਟ ਲਗਾਉਂਦੇ ਵੱਧਦੇ ਜਾਂਦੇ ਹਾਂ ਔਰ ਹੈਡ ਸਟਾਕ ਵੱਲ ਨੂੰ ਰਾਈਟ ਸਾਈਡ ਤੋਂ ਹੈਡ ਸਟਾਕ ਵੱਲ ਨੂੰ ਅਸੀਂ ਟੂਲ ਨਾਲ ਕੱਟ ਲਗਾਉਂਦੇ ਜਾਵਾਂਗੇ। ਤਾਂ ਇਹ ਜਿਹੜਾ ਟੂਲ ਹੈ ਇਹ ਸਾਡਾ ਰਾਈਟ ਹੈਂਡ ਵਾਲਾ ਟੂਲ ਮਤਲਬ ਅਖਵਾਏਗਾ ਜਾਂ ਅਸੀਂ ਉੱਥੇ ਵਰਤਾਂਗੇ। ਹੁਣ ਅਸੀਂ ਗੱਲ ਕਰਾਂਗੇ ਸੈਕੰਡ ਐਂਡ ਕਟਿੰਗ ਟੂਲ ਦੀ। ਇਸ ਤਰ੍ਹਾਂ ਦੇ ਕਟਿੰਗ ਟੂਲਸ ਜੋ ਹੈਗਾ ਐਜ ਕਟਿੰਗ, ਐਂਡ ਨਹੀਂ ਐਜ ਕਟਿੰਗ ਟੂਲ ਜਿਹੜਾ ਹੈ, ਇਸ ਤਰ੍ਹਾਂ ਦੇ ਜਿਹੜੇ ਟੂਲ ਹੈਗੇ ਨੇ ਉਹਨਾਂ ਦੇ ਜਿਹੜੇ ਸਿਰਾ ਹੈਗਾ ਉਹ ਕਟਿੰਗ ਕਰਦਾ ਹੈ। ਇਸ ਤਰ੍ਹਾਂ ਦੇ ਕਟਿੰਗ ਟੂਲ ਦਾ ਪਲੰਜ ਕੱਟ ਲਗਾਉਣ ਦੇ ਲਈ ਪ੍ਰਯੋਗ ਕੀਤਾ ਜਾਂਦਾ ਹੈ। ਜਿਵੇਂ ਕਿ ਜਦੋਂ ਅਸੀਂ ਕਿਸੇ ਜੌਬ ਦੇ ਵਿੱਚ ਲੇਥ ਮਸ਼ੀਨ ਦੇ ਉੱਤੇ ਡਰਿਲ ਕਰਨਾ ਹੁੰਦਾ ਹੈ ਤਦ ਇਸ ਤਰ੍ਹਾਂ ਦੇ ਕਟਿੰਗ ਟੂਲ ਦਾ ਪ੍ਰਯੋਗ ਕੀਤਾ ਜਾਂਦਾ ਹੈ। ਡਰਿਲਿੰਗ ਕਰਨ ਦੇ ਲਈ ਅਕਸਰ ਕੀ ਕਰਦੇ ਹਾਂ, ਅਸੀਂ ਡਰਿਲ ਦਾ ਪ੍ਰਯੋਗ ਕਰਦੇ ਹਾਂ ਤੇ ਅਸੀਂ ਉਸ ਨੂੰ ਡਰਿਲ ਨੂੰ ਅਸੀਂ ਐਂਡ ਕਟਿੰਗ ਟੂਲ ਵੀ ਕਹਿ ਸਕਦੇ ਹਾਂ। ਅਗਲਾ ਸਾਡਾ ਆ ਜਾਂਦਾ ਸਾਡੇ ਕੋਲ ਸੈਕੰਡ ਆ ਸਾਡਾ ਮਲਟੀ ਪੁਆਇੰਟ ਕਟਿੰਗ ਟੂਲ। ਮਲਟੀ ਮੀਨਸ ਇੱਕ ਤੋਂ ਵੱਧ ਪੁਆਇੰਟ ਜਿਹਦੇ ਨਾਲ ਅਸੀਂ ਕੱਟ ਲਗਾਉਂਦੇ ਹਾਂ। ਇਸ ਤਰ੍ਹਾਂ ਦੇ ਕਟਿੰਗ ਟੂਲਸ ਦੇ ਕਟਿੰਗ ਐਜ ਇੱਕ ਤੋਂ ਵੱਧ ਹੁੰਦੇ ਹਨ ਜੋ ਕਿ ਧਾਤੂ ਲਗਾਤਾਰ ਕੱਟਦੇ ਹਨ। ਇਸ ਤਰ੍ਹਾਂ ਦੇ ਕਟਿੰਗ ਟੂਲਸ ਲੇਥ ਮਸ਼ੀਨ ਦੇ ਟੇਲ ਸਟਾਕ ਦੇ ਵਿੱਚ ਟੇਲ ਸਟਾਕ ਸਪਿੰਡਲ ਦੇ ਵਿੱਚ ਬੰਨ੍ਹ ਕੇ ਉਸ ਨੂੰ ਵਰਤੋਂ ਵਿੱਚ ਲਿਆਏ ਜਾਂਦੇ ਹਨ। ਜਿਵੇਂ ਕਿ ਰੀਮਰ ਹੈ, ਰੀਮਿੰਗ ਜਦੋਂ ਅਸੀਂ ਰੀਮਿੰਗ ਆਪਰੇਸ਼ਨ ਕਰਦੇ ਹਾਂ ਜਾਂ ਫਿਰ ਕੋਈ ਟੈਪਿੰਗ ਆਪਰੇਸ਼ਨ ਕਰਦੇ ਹਾਂ ਜਾਂ ਉਸ ਦੀ ਇੰਟਰਨਲਸ ਕਿਸੇ ਆਪਾਂ ਹੋਲ ਦੇ ਵਿੱਚ ਕਿਸੇ ਡਰਿਲ ਕੀਤੇ ਹੋਲ ਦੇ ਵਿੱਚ ਆਪਾਂ ਇੰਟਰਨਲ ਥ੍ਰੈਡਸ ਕੱਟਣੀਆਂ ਹੁੰਦੀਆਂ ਹਨ ਤੇ ਉਸ ਸਮੇਂ ਅਸੀਂ ਇਸ ਤਰੀਕੇ ਦੇ ਟੂਲ ਯੂਜ਼ ਕਰਦੇ ਹਾਂ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਫਾਰਮ ਟੂਲਸ। ਇਸ ਤਰ੍ਹਾਂ ਦੇ ਕਟਿੰਗ ਟੂਲਸ ਮਸ਼ੀਨ ਤੇ ਅਲੱਗ-ਅਲੱਗ ਆਕਾਰ ਜਾਂ ਸ਼ਕਲ ਦੀ ਕਟਿੰਗ ਆਪਣੇ ਕਟਿੰਗ ਐਜ ਦੇ ਅਨੁਸਾਰ ਹੀ ਕਰਦੇ ਹਨ। ਭਾਵ ਕਿ ਜਿਸ ਤਰ੍ਹਾਂ ਦੀ ਸਾਨੂੰ ਅਸੀਂ ਕੋਈ ਸ਼ੇਪ ਬਣਾਉਣੀ ਹੁੰਦੀ ਹੈ ਤੇ ਅਸੀਂ ਉਸ ਟੂਲ ਨੂੰ ਉਸ ਸ਼ੇਪ ਦੇ ਵਿੱਚ ਗ੍ਰਾਈਂਡ ਕਰਕੇ ਮਨ ਚਾਹੇ ਸ਼ੇਪ ਦੇ ਵਿੱਚ ਗ੍ਰਾਈਂਡ ਕਰਕੇ ਅਸੀਂ ਉਸ ਤੇ ਵਰਤੋਂ ਦੇ ਵਿੱਚ ਲਿਆ ਸਕਦੇ ਹਾਂ। ਇਸ ਦੇ ਵਿੱਚ ਆ ਜਾਂਦਾ ਸਾਡੇ ਕੋਲ ਅੱਗੇ ਨੈਕਸਟ ਆ ਜਾਂਦਾ ਸਾਡੇ ਕੋਲ ਸੋਲਿਡ ਟਾਈਪ। ਇਸ ਤਰ੍ਹਾਂ ਦੇ ਟੂਲਸ ਦੀ ਪੂਰੀ ਬੋਡੀ ਇਹ ਸਾਡੇ ਕੋਲ ਆ ਜਾਂਦੇ ਨੇ। ਅੱਗੇ ਆਪਾਂ ਗੱਲ ਕੀਤੀ ਸੀ ਐਂਡਿੰਗ ਟੂਲ ਦੀ, ਜਿਹਦੇ ਵਿੱਚ ਅਸੀਂ ਆਹ ਪੁਆਇੰਟ ਸਾਡਾ ਆਇਆ ਸੀਗਾ ਜਿਵੇਂ ਕਿ ਅਸੀਂ ਡਰਿਲ ਹੈਗਾ। ਕਟਿੰਗ ਟੂਲਸ ਅਗਲੀ ਗੱਲ ਕੀਤੀ ਸੀ ਅਸੀਂ ਰੀਮਰਸ ਦੀ, ਜਿਵੇਂ ਕਿ ਰੀਮਰ ਹੈ ਜਾਂ ਟੈਪਸ ਹੈ। ਤੀਜੀ ਗੱਲ ਕੀਤੀ ਸੀ ਅਸੀਂ ਫਾਰਮ ਟੂਲਸ ਦੀ, ਜਿਵੇਂ ਕਿ ਅਸੀਂ ਵੱਖ-ਵੱਖ ਸ਼ੇਪਸ ਦੇਖ ਰਹੇ ਹਾਂ ਕਿ ਅਸੀਂ ਲੋੜ ਅਨੁਸਾਰ ਸ਼ੇਪਸ ਨੂੰ ਅਸੀਂ ਬਣਾ ਕੇ ਉਸ ਨੂੰ ਅਸੀਂ ਵਰਤੋਂ ਦੇ ਵਿੱਚ ਲਿਆਇਆ ਹੈ। ਇਸ ਤੋਂ ਬਾਅਦ ਸਾਡੇ ਕੋਲ ਆ ਜਾਂਦੀਆਂ ਟੂਲ ਬਿਟਸ, ਜਿਹੜੀਆਂ ਕਿ ਬਾਅਦ ਵਿੱਚ ਅਸੀਂ ਇਸ ਨੂੰ ਮਨ ਚਾਹੇ ਰੂਪ ਦੇ ਵਿੱਚ ਇਸ ਨੂੰ ਗ੍ਰਾਈਂਡ ਕਰਕੇ ਅਸੀਂ ਆਪਣੇ ਟੂਲ ਨੂੰ ਬਣਾ ਸਕਦੇ ਹਾਂ। ਅਗਲੀ ਸਾਡੀ ਸਲਾਈਡ ਜਿਹੜੀ ਹੈ ਉਸ ਦੇ ਵਿੱਚ ਆ ਜਾਂਦਾ ਸਾਡੇ ਕੋਲ ਕਟਿੰਗ ਟੂਲਸ ਮਟੀਰੀਅਲਸ। ਜਿਹੜੇ ਕਟਿੰਗ ਟੂਲਸ ਮਟੀਰੀਅਲ ਨੇ, ਜਿਹੜੇ ਸਾਡੇ ਟੂਲਸ ਹਨ ਉਹ ਕਿਹੜੇ-ਕਿਹੜੇ ਮਟੀਰੀਅਲ ਦੇ ਬਣਾਏ ਜਾ ਸਕਦੇ ਹਨ। ਜਿਵੇਂ ਕਿ ਹਾਈ ਕਾਰਬਨ ਸਟੀਲ ਦੀ ਅਸੀਂ ਟੂਲ ਬਿੱਟਾਂ ਯੂਜ਼ ਕਰਦੇ ਹਾਂ। ਹਾਈ ਸਪੀਡ ਸਟੀਲ ਦੀਆਂ ਟੂਲ ਬਿੱਟਾਂ ਬਣਦੀਆਂ ਹਨ। ਸੀਮੈਂਟਡ ਕਾਰਬਾਈਡ ਟਿਪਸ ਅਸੀਂ ਵਰਤੋਂ ਵਿੱਚ ਲਿਆ ਸਕਦੇ ਹਾਂ। ਸਟੇ ਲਾਈਟ ਮਟੀਰੀਅਲ ਦੀਆਂ ਜੋ ਹੈਗੇ ਟੂਲਸ ਹਨ।
ਬੈਂਡਨਮ ਸਟੀਲ ਹੈ, ਉਸਦੇ ਟੂਲ ਵਰਤੋਂ ਵਿੱਚ ਲਿਆ ਸਕਦੇ ਹਾਂ। ਕੋਬਾਲਟ ਹੈ ਸਾਡੇ ਕੋਲ ਇੱਕ ਮਟੀਰੀਅਲ, ਕਟਿੰਗ ਟੂਲ ਬਣਾਉਣ ਦਾ ਮਟੀਰੀਅਲ ਕੋਬਾਲਟ ਹੈ। ਉਸ ਤੋਂ ਬਾਅਦ ਸਾਡਾ ਅਗਲਾ ਟੂਲ ਆ ਜਾਂਦਾ ਸਾਡੇ ਕੋਲ ਸੈਰਮਿਕਸ ਹੈ ਟੂਲ ਸਾਡੇ ਕੋਲ, ਕਟਿੰਗ ਟੂਲ। ਉਸ ਤੋਂ ਬਾਅਦ ਸਾਡੇ ਕੋਲ ਟੂਲ ਅਗਲਾ ਆ ਜਾਂਦਾ ਹੈ ਡਾਇਮੰਡ। आओ ਅਸੀਂ ਜਾਣੀਏ ਹੁਣ ਹਾਈ ਕਾਰਬਨ ਜੋ ਹੈ ਸਟੀਲ ਹੈ ਉਸ ਦੇ ਬਾਰੇ ਜਾਣਾਂਗੇ ਕਿ ਇਸ ਦੇ ਜਿਹੜੇ ਟੂਲਸ ਹਨ ਉਹਨਾਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਹਨਾਂ ਟੂਲਾਂ ਦੇ ਵਿੱਚ ਕਾਰਬਨ ਦੀ ਮਾਤਰਾ ਜੋ ਹੈ 0.9% ਤੋਂ 1.5% ਤੱਕ ਹੁੰਦੀ ਹੈ। ਇਹ ਟੂਲ ਫੋਰਜਡ ਕਰਕੇ ਹਾਰਡ ਐਂਡ ਟੈਂਪਰ ਕੀਤੇ ਹੁੰਦੇ ਹਨ। ਇਹ ਟੂਲ ਉੱਚ ਗਤੀ ਤੇ ਵਰਤੇ ਜਾ ਸਕਦੇ ਹਨ ਔਰ 250 ਡਿਗਰੀ ਤਾਪਮਾਨ ਤੱਕ ਇਸ ਨੂੰ ਵਰਤਿਆ ਜਾ ਸਕਦਾ ਹੈ। ਜਦੋਂ ਅਸੀਂ ਹਾਈ ਸਪੀਡ ਤੇ ਚਲਾਵਾਂਗੇ, ਜਦੋਂ ਸਾਡਾ ਇਸ ਤੋਂ ਵੱਧ ਅਗਰ ਅਸੀਂ ਤਾਪਮਾਨ ਤੇ ਵਰਤਾਂਗੇ, ਜਦੋਂ ਗ੍ਰਾਈਂਡ ਕਰਾਂਗੇ ਹੀਟ ਉਤਪੰਨ ਹੋਏਗੀ। ਅਗਰ ਇਸ ਤੋਂ ਵੱਧ ਹੁੰਦੀ ਹੈ ਤੇ ਬਲੈਂਡ ਹੋ ਸਕਦੇ ਹਨ। ਉਸ ਤੋਂ ਬਾਅਦ ਸਾਡਾ ਅਗਲਾ ਨੰਬਰ 2 ਤੇ ਟੂਲ ਹੈ ਹਾਈ ਸਪੀਡ ਸਟੀਲ। ਜ਼ਿਆਦਾ ਕਰਕੇ ਲੇਥ ਮਸ਼ੀਨ ਤੇ ਕੰਮ ਕਰਨ ਦੇ ਲਈ ਹਾਈ ਸਪੀਡ ਸਟੀਲ ਦੇ ਟੂਲ ਹੀ ਵਰਤੇ ਜਾਂਦੇ ਹਨ ਜਾਂ ਫਿਰ ਬਣਾਏ ਜਾਂਦੇ ਹਨ। ਇਸ ਵਿੱਚ ਇਹ ਜਿਹੜੇ ਟੂਲ ਹੈਗੇ ਨੇ ਇਹ ਟੰਗਸਟਨ, ਕ੍ਰੋਮੀਅਮ, ਵੈਨੇਡੀਅਮ, ਕੋਬਾਲਟ ਅਤੇ ਮੋਲਿਬਡੇਨਮ ਆਦਿ ਧਾਤਾਂ ਦੇ ਮਿਸ਼ਰਣ ਦਾ ਅਲਾਏ ਤਿਆਰ ਕਰਕੇ ਬਣਾਏ ਜਾਂਦੇ ਹਨ। ਇਹ ਜਿਹੜੇ ਹੈਗੇ ਹਾਈ ਸਪੀਡ, ਇਹ ਹਾਈ ਕਾਰਬਨ ਸਟੀਲ ਦੇ ਮੁਕਾਬਲੇ 2 ਤੋਂ 3 ਗੁਣਾ ਵੱਧ ਮਤਲਬ ਵਧੀਆ ਕੰਮ ਕਰਦੇ ਹਨ ਅਤੇ 600 ਡਿਗਰੀ ਤਾਪਮਾਨ ਤੱਕ ਆਪਣੀ ਹਾਰਡਨੈਸ ਬਣਾਏ ਰੱਖਦੇ ਹਨ, ਆਪਣੀ ਕਟਿੰਗ ਦੀ ਸਮਰੱਥਾ ਬਣਾਏ ਰੱਖਦੇ ਹਨ। ਇਹਨਾਂ ਨੂੰ ਵੀ ਫੋਰਜ ਕਰਕੇ ਹੀ ਬਣਾਇਆ ਜਾਂਦਾ ਹੈ। ਅਗਲਾ ਸਾਡੇ ਕੋਲ ਆ ਜਾਂਦਾ ਹੈ ਸੀਮੈਂਟਡ ਕਾਰਬਾਈਡ ਸਟੀਲਸ। ਕਿਹੜੀਆਂ ਹੁੰਦੀਆਂ ਹਨ? ਇਹ ਅਲੋਹ ਧਾਤ ਹੋਣ ਕਾਰਨ ਬਹੁਤ ਹੀ ਕਠੋਰ ਅਤੇ ਭੰਗੂਰ ਹੁੰਦੀ ਹੈ। ਇਹ ਹਾਈ ਸਪੀਡ ਸਟੀਲ ਟੂਲ ਦੀ ਤੁਲਨਾ ਦੇ ਵਿੱਚ 4 ਗੁਣਾ ਗਤੀ ਨਾਲ ਕਟਾਈ ਕਰ ਸਕਦੇ ਹਨ। ਇਹ ਟੰਗਸਟਨ, ਕਾਰਬਾਈਡ, ਟਾਈਟੇਨੀਅਮ, ਕੋਬਾਲਟ, ਟੈਂਟਾਲਮ ਆਦि ਧਾਤਾਂ ਦੇ ਤਿਆਰ ਕੀਤੇ ਜਾਂਦੇ ਹਨ। ਇਹ ਜੋ ਟੂਲ ਹਨ ਇਹ 1000 ਡਿਗਰੀ ਤਾਪਮਾਨ ਤੱਕ ਦੇ ਉੱਚ ਤਾਪਮਾਨ ਤੇ ਵੀ ਕੰਮ ਕਰ ਸਕਦੇ ਹਨ। ਅਗਲਾ ਟੂਲ ਹੈਗਾ ਮਟੀਰੀਅਲ ਹੈ ਸਟੇਲਾਈਟ। ਇਹ ਵੀ ਇੱਕ ਅਲੋਹ ਮਿਸ਼ਰਿਤ ਧਾਤ ਹੈ ਜਿਸ ਵਿੱਚ ਕੋਬਾਲਟ, ਕ੍ਰੋਮੀਅਮ ਅਤੇ ਟੰਗਸਟਨ ਮਿਲਿਆ ਹੁੰਦਾ ਹੈ। ਇਸ ਦੇ ਕਟਿੰਗ ਐਜ 820 ਡਿਗਰੀ ਤਾਪਮਾਨ ਤੱਕ ਆਪਣੀ ਸਮਰੱਥਾ ਬਣਾਈ ਰੱਖਦੇ ਹਨ। ਉਸ ਤੋਂ ਬਾਅਦ ਅਸੀਂ ਅਗਲੀ ਗੱਲ ਕਰਾਂਗੇ ਮੋਲਿਬਡੇਨਮ ਸਟੀਲ ਦੀ। ਇਹ ਜਿਹੜੇ ਟੂਲ ਹਨ ਇਹ ਟੂਲ ਵਿੱਚ ਜਿਹੜੀ ਹੈ ਇਸ ਦੇ ਵਿੱਚ ਮੋਲਿਬਡੇਨਮ ਸਟੀਲ, ਟੰਗਸਟਨ, ਕ੍ਰੋਮੀਅਮ, ਵੈਨੇਡੀਅਮ ਅਤੇ ਆਇਰਨ ਦਾ ਮਿਸ਼ਰਣ ਹੁੰਦਾ ਹੈ। ਇਸ ਕਰਕੇ ਇਹ ਉੱਚ ਗਤੀ ਤੇ ਪ੍ਰਯੋਗ ਕੀਤੇ ਜਾਂਦੇ ਹਨ। ਕੋਬਾਲਟ ਅਗਲਾ ਮਟੀਰੀਅਲ ਸਾਡੇ ਕੋਲ ਆ ਜਾਂਦਾ ਹੈ। ਕੋਬਾਲਟ ਅਤੇ ਹਾਈ ਸਪੀਡ ਸਟੀਲ ਨੂੰ ਮਿਸ਼ਰਣ ਕਰਨ ਨਾਲ ਇਹ ਟੂਲ ਬਣਾਏ ਜਾਂਦੇ ਹਨ। ਇਸ ਵਿੱਚ ਹਾਈ ਸਪੀਡ ਸਟੀਲ 5 ਤੋਂ 15% ਤੱਕ ਕੋਬਾਲਟ ਦੇ ਵਿੱਚ ਮਿਲਾਏ ਜਾਂਦੇ ਹੈ। ਇਹਨਾਂ ਮਿਸ਼ਰਣ ਦੇ ਨਾਲ ਅਸੀਂ ਕੋਬਾਲਟ ਟੂਲ ਬਣਾਇਆ ਜਾਂਦਾ ਹੈ। ਸੈਰਾਮਿਕਸ ਇਹ ਅਜੋਕੇ ਯੁੱਗ ਦਾ ਪਦਾਰਥ ਹੈ ਜੋ ਕਿ ਐਲੂਮੀਨੀਅਮ ਆਕਸਾਈਡ ਪਾਊਡਰ ਤੋਂ ਬਣਾਇਆ ਜਾਂਦਾ ਹੈ। ਇਹ ਆਪਣੀ ਸਮਰੱਥਾ ਤੋਂ ਇਹ ਕਟਿੰਗ ਟੂਲ ਜੋ ਹੈ अपना 1200 डिग्री तापमान तक अपने एज ਨੂੰ ਸੁਰੱਖਿਅਤ ਰੱਖਦਾ ਹੈ। ਅਸੀਂ 1200 ਡਿਗਰੀ ਤੱਕ ਤਾਪਮਾਨ ਤੱਕ ਵੀ ਅਸੀਂ ਕੰਮ ਕਰੀਏ ਤਾਂ ਵੀ ਇਸਦਾ ਕਟਿੰਗ ਟੂਲ ਜੋ ਹੈ ਉਹ ਖਰਾਬ ਨਹੀਂ ਹੁੰਦਾ ਹੈ। ਅਸੀਂ ਅਗਲੀ ਗੱਲ ਕਰਾਂਗੇ ਡਾਇਮੰਡ
ਸਾਡੇ ਕੋਲ ਮਟੀਰੀਅਲ ਹੈ ਡਾਇਮੰਡ। ਡਾਇਮੰਡ ਮੀਨਸ ਹੀਰਾ। ਸਾਰਿਆਂ ਨੂੰ ਪਤਾ ਹੈ ਕਿ ਹੀਰਾ ਜਿਹੜਾ ਹੈ ਸਭ ਤੋਂ ਮਹਿੰਗੀ ਧਾਤ ਹੈ और सब तो हार्ड धात है। हीरा जो है वो सब तो हार्ड और सब तो महंगी धात होने करके की हुंदा है, अगर ये हार्ड है तो ये छोटे जे झटका भी लगे तभी ये भुर जाता है, टुट जाता है। इसलिए जाब ते बहुत ही हल्के कट लगा के जाब की फिनिशिंग करने वास्ते इसका प्रयोग किया जाता है। इस दे नाल आपां बैकालाइट, प्लास्टिक, एलूमीनियम, ब्रास आदि धातुआं जिहड़ियां हैगियां उन्हां नूं टर्निंग करन दे लई वरतों विच लिआउंदे हां। ये साडे कटिंग टूल्स मैटीरियल सी जिन्हां दे नाल असीं अलग अलग टूल्स अलग अलग मैटीरियल ने जिहदे नाल असीं बनाउंदे हां। अगली असीं गल करांगे साडे जिहड़े मैटीरियल्स हन, जो कटिंग टूल्स हैं वो जिहड़े हैगे है वो किन्ने तरह के धातां दे नाल असीं बना सकते हैं। जिवें कि साडे कोल आ जांदा है ये 3 तरह दीआं आपां वरतों विच लिया सकते हैं इन्हां नूं, जिवें कि फेरिस मैटल्स मैटीरियल्स, नॉन फेरस मैटीरियल और नॉन मैटैलिक टूल्स। ये आपां 3 तरह के अगे आपां पढ़दे हां इन्हां दे बारे दे विच कि जिहड़े ये साडे कोल हन असीं 3 तरह के मैटीरियल दे अगे बना सकते हैं। असीं ये गल करांगे अगे, हुण वधांगे असीं। ये साडे कटिंग टूलां दी गल सीगी कि साडे कटिंग टूल जिहड़े असीं वरतदे हां एक लेथ मशीन दे उत्ते, वो असीं देखण दे विच तां आंदा है कि कटिंग टूल एक सिंपल चीज़ है, बट जदों असीं थोड़ा डीपली जाइए तो सानूं ये पता चलदा है कि किन्ने तरह दे हन और किन्ने तरह के मैटीरियल दे नाल किहड़े-किहड़े वो मैटीरियल है जिहदे ये बनाए जा सकते हैं, वो किहड़ियां-किहड़ियां धातां दे उत्ते किहड़ा-किहड़ा टूल है, किहड़ा-किहड़ा मैटीरियल है वो अप्लाई हुंदा है। साडा ये तां कटिंग टूल की गल हो गई। इसदा नाल ही अगला सीगा होल्डिंग, वर्क होल्डिंग एंड वर्क पीस सपोर्टिंग डिवाइसिस। कि जदों असीं कोई जॉब नूं मशीन दे विच फड़ना हुंदा है, बनना हुंदा है, उन्हां नूं बन के ऑपरेशन करना है उन्हां ते, और कुछ साडे कोल इदां दीयां डिवाइसिस दी जरूरत पैंदी है जिहड़ियां कि उसनूं सपोर्ट करदियां हन। जिवें कि साडीआं कुछ मशीन दे उत्ते लंबियां जॉबां हुंदियां हन जिन्हां नूं सपोर्ट की लोड़ पैंदी है, उस तो बगैर असीं उहदे ते कोई भी ऑपरेशन नहीं कर सकते। असीं उन्हां दे बारे च पढ़ांगे। आओ चलते हैं, असीं वधदे हैं अपने नैक्सट स्लाइड वाल। वर्क होल्डिंग असैसरीज किहड़ियां-किहड़ियां हन असीं पढ़ांगे। सब तो पहले आ जांदा साडे कोल, इहदे च आ जांदा 4 जा चक, सैकंड आ जांदा साडे कोल 3 जा चक, चौथा आ जांदा साडे कोल, तीसरा आ जांदा साडे कोल 2 जा चक, और उस तो बाद आ जांदा कूलेट चक, और नंबर 5 ते आ जांदा फेस प्लेट, और नंबर 6 ते आ जांदा लेथ मैंटन। ये जिहड़ियां साडे कोल होल्डिंग डिवाइसिस हन जिन्हां दे मैं हुणे नाम लेन तुहाडे नाल शेयर कीते ने, असीं इन्हां नूं लेथ मशीन दे स्पिंडल दे विच फिट करके स्पिंडल दे उत्ते चढ़ा के आपां वरतों विच लिआउंदे हां। आओ असीं अगे गल करिए। जिवें कि असीं अगे गल मैं तुहानूं दसना चाहूँगा कि जदों भी असीं लेथ मशीन उत्ते कोई भी जॉब बनाउणी हुंदी है, जिस तरीके नाल एक फिटर जो है अपनी जॉब बनाउंदा है ते वो अपनी जॉब नूं किदां बनाउंदा है कि वो अपनी जॉब नूं सब तो पहला वाइस दे विच, बेंच वाइस दे विच क्लैंप करदा है, उस दे विच पकड़दा है। उसे तरीके दे नाल चाहे वो पाइप वाइस है, ठीक है, चाहे वो हो बेंच वाइस है। जिवें कि असीं कोई भी स्केयर पाइप है उसनूं स्केयर वर्क पीस है उसनूं असीं बेंच वाइस दे विच सहारा दे के या पकड़ दे विच वरतों विच लैंदे आ, जां कोई साडे कोल गोल रोड है
ਜਾਂ ਸਾਡੇ ਕੋਲ ਕੋਈ ਪਾਈਪ ਹੈ ਉਸ ਦੇ ਉੱਤੇ ਅਸੀਂ ਥ੍ਰੈਡਿੰਗ ਕਰਨੀਆਂ ਹੁੰਦੀਆਂ ਹਨ ਜਾਂ ਕੋਈ ਹੋਰ ਆਪਰੇਸ਼ਨ ਕਰਨਾ ਹੁੰਦਾ ਹੈ ਤੇ ਸਾਨੂੰ ਅਸੀਂ ਉਹਦੇ ਵੱਖ-ਵੱਖ ਵਾਇਸਾਂ ਦੇ ਵਿੱਚ ਬੰਨ ਕੇ ਫੜ ਕੇ ਅਸੀਂ ਉਹਦੇ ਤੇ ਆਪਰੇਸ਼ਨ ਕਰਦੇ ਹਾਂ। ਇਸੇ ਤਰ੍ਹਾਂ ਸਾਡੀ ਜਿਹੜੀ ਲੇਥ ਮਸ਼ੀਨ ਹੈ ਉਸ ਦੇ ਉੱਤੇ ਵੀ ਜੌਬ ਨੂੰ ਪਕੜਨ ਦੇ ਲਈ ਸਾਡੇ ਕੋਲ ਅਲੱਗ-ਅਲੱਗ ਹੋਲਡਿੰਗ ਅਸੈਸਰੀਜ਼ ਨੇ ਜਿਹੜੀਆਂ ਆਪਾਂ 6 ਤੁਹਾਡੇ ਨਾਲ ਮੈਂ ਸ਼ੇਅਰ ਕੀਤੀਆਂ ਹਨ। ਉਹਨਾਂ ਦੀ ਜ਼ਰੂਰਤ ਪੈਂਦੀ ਹੈ ਸਾਨੂੰ ਵੱਖ-ਵੱਖ ਜੌਬਾਂ ਦੇ ਆਕਾਰ ਦੇ ਹਿਸਾਬ ਦੇ ਨਾਲ ਸਾਨੂੰ ਵੱਖ-ਵੱਖ ਚੱਕ ਵਰਤੋਂ ਪੈਂਦੇ ਚੱਕ ਦੀ ਵਰਤੋਂ ਪੈਂਦੀ ਹੈ ਸਾਨੂੰ। ਇਸ ਕਰਕੇ ਜਿਵੇਂ ਜਿਵੇਂ ਉਸਦੇ ਆਪਰੇਸ਼ਨਸ ਹੁੰਦੇ ਹਨ ਉਸੇ ਤਰੀਕੇ ਨਾਲ ਅਸੀਂ ਉਸਦੀਆਂ ਹੋਲਡਿੰਗ ਡਿਵਾਈਸਿਸ ਵਰਤੋਂ ਦੇ ਵਿੱਚ ਲਿਆਉਂਦੇ ਹਾਂ। ਹੁਣ ਅਸੀਂ ਗੱਲ ਕੀਤੀ ਹੈ ਹੋਲਡਿੰਗ ਡਿਵਾਈਸਿਸ ਦੀ। ਸਭ ਤੋਂ ਪਹਿਲਾਂ ਅਸੀਂ ਲਵਾਂਗੇ ਸਾਡੇ ਕੋਲ ਹੋਲਡਿੰਗ ਡਿਵਾਈਸ ਹੈ ਫੋਰਜਾ ਚੱਕ। ਫੋਰਜਾ ਚੱਕ ਕੀ ਹੈ? ਇਹਦੇ ਵਿੱਚ ਅਸੀਂ ਇਸ ਨੂੰ ਅਸੀਂ ਇੰਡੀਪੈਂਡੈਂਟ ਚੱਕ ਵੀ ਕਹਿੰਦੇ ਹਾਂ। ਇਸ ਦੀ ਜੋ ਬੋਡੀ ਹੈ ਉਹ ਆਇਰਨ ਦੀ ਗੋਲਾਕਾਰ ਹੁੰਦੀ ਹੈ ਅਤੇ ਬੋਡੀ ਦੇ ਵਿੱਚ 4 ਰੇਡੀਅਲ ਸਲੌਟਸ ਕੱਟੇ ਹੁੰਦੇ ਹਨ। ਹਰ ਇੱਕ ਸਲੌਟ ਦੇ ਵਿੱਚ ਇੱਕ ਸਟੀਲ ਜਾਬ ਫਿੱਟ ਹੁੰਦਾ ਹੈ ਜਿਸ ਦੇ ਪਿੱਛੇ ਵੱਲ ਚੂੜੀਆਂ ਕੱਟੀਆਂ ਹੁੰਦੀਆਂ ਹਨ ਜੋ ਕਿ ਵਿਸ਼ੇਸ਼ ਪ੍ਰਕਾਰ ਦੇ ਵਰਗਾਕਾਰ ਸੁਰਾਖ ਦੇ ਵਾਲੇ ਸਕਰੂ ਦੇ ਨਾਲ ਫਿੱਟ ਹੁੰਦੀਆਂ ਹਨ। ਇਹ ਜਿਹੜਾ ਚੱਕ ਹੈ ਜਿਵੇਂ ਕਿ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਅਸੀਂ ਵੱਡੀਆਂ ਜੌਬਸ ਜਿਹੜੀਆਂ ਹੈਗੀਆਂ ਫਿੱਟ ਕਰਨੀਆਂ ਹੁੰਦੀਆਂ ਹਨ ਤੇ ਇਸ ਤਰੀਕੇ ਦੇ ਅਸੀਂ ਜੌਬ ਜਿਹੜੇ ਚੱਕ ਹੈਗੇ ਸਾਡੇ ਕੋਲ ਫੋਰਜਾ ਚੱਕ ਹੈਗੇ ਉਹਨੂੰ ਅਸੀਂ ਵਰਤੋਂ ਵਿੱਚ ਲਿਆ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਸਾਡੇ ਕੋਲ ਨੈਕਸਟ ਆ ਜਾਂਦਾ ਹੈ ਸਾਡੇ ਕੋਲ 3 ਚੱਕ। ਜੋ 3 ਚੱਕ ਹੈ ਸਾਡਾ ਇਸ ਨੂੰ ਅਸੀਂ ਸੈਲਫ ਸੈਂਟਰਿੰਗ ਚੱਕ ਵੀ ਕਹਿੰਦੇ ਹਾਂ। ਸੈਲਫ ਸੈਂਟਰਿੰਗ ਦਾ ਮੀਨਸ ਇਹ ਹੈ ਕਿ ਅਸੀਂ ਸਿੰਗਲ ਚਾਬੀ ਦੇ ਨਾਲ ਇਸ ਦੇ ਤਿੰਨੇ ਜੋ ਜਾਜ਼ ਹਨ ਇਹ ਸਿੰਗਲ ਚਾਬੀ ਦੇ ਨਾਲ ਹੀ ਇਹ ਸਾਰੇ ਇਕੱਠੇ ਹੀ ਮੂਵ ਕਰਦੇ ਹੈ, ਇਕੱਠੇ ਖੁੱਲਦੇ ਹਨ ਔਰ ਇਕੱਠੇ ਹੀ ਟਾਈਟ ਹੁੰਦੇ ਹਨ। ਇਸ ਕਰਕੇ ਇਸ ਨੂੰ ਅਸੀਂ ਸੈਲਫ ਸੈਂਟਰਿੰਗ ਚੱਕ ਵੀ ਕਹਿ ਸਕਦੇ ਹਾਂ। ਇਹ ਚੱਕ ਵੀ ਜੋ ਹੈ ਇਹ ਗੋਲਾਕਾਰ ਕਾਸਟ ਆਇਰਨ ਦੀ ਬੋਡੀ ਦਾ ਬਣਿਆ ਹੁੰਦਾ ਹੈ ਅਤੇ ਇਸ ਦੇ ਵਿੱਚ 3 ਰੇਡੀਅਲ ਸਲੌਟਸ ਕੱਟੀਆਂ ਹੁੰਦੀਆਂ ਹਨ। ਸਲੌਟ ਦੇ ਪਿੱਛੇ ਇੱਕ ਪਲੇਟ ਲੱਗੀ ਹੁੰਦੀ ਹੈ ਜਿਸ ਉੱਤੇ ਚੂੜੀਆਂ ਕੱਟੀਆਂ ਹੁੰਦੀਆਂ ਹਨ। ਇਸ ਵਿੱਚ ਇੱਕ ਸਕਰੋਲ ਪਲੇਟ ਲੱਗੀ ਹੁੰਦੀ ਹੈ ਜਿਸ ਦੇ ਪਿੱਛੇ ਤਿੱਛੇ ਕੱਟ ਲੱਗੇ ਹੁੰਦੇ ਹਨ ਔਰ ਇਹ ਜੋ ਹੁੰਦੇ ਹਨ ਕੱਟ ਕੀ ਕਰਦੇ ਆ ਇਸ ਚੱਕ ਵਿੱਚ ਇੱਕ ਹੀ ਵਾਰ ਚੱਕ ਕੀ ਜਿਹੜੀ ਹੈਗੀ ਹੈ ਉਸ ਦੇ ਨਾਲ ਤਿੰਨੇ ਜੋ ਜਾ ਹਨ ਉਹ ਬਰਾਬਰ ਸਲਾਈਡ ਕਰਦੇ ਹਨ। ਇਸ ਕਰਕੇ ਇਸ ਨੂੰ ਸੈਲਫ ਸੈਂਟਰਿੰਗ ਚੱਕ ਵੀ ਅਸੀਂ ਕਹਿ ਸਕਦੇ ਹਾਂ। ਸਾਡੀ ਅਗਲੀ ਸਲਾਈਡ ਵਿੱਚ ਹੈਗਾ 2 ਚੱਕ। ਅਸੀਂ ਹੁਣ ਗੱਲ ਕਰਾਂਗੇ 2 ਚੱਕ ਦੀ। ਇਸ ਚੱਕ ਦੀ ਬਣਾਵਟ 4 ਚੱਕ ਵਰਗੀ ਹੀ ਹੁੰਦੀ ਹੈ। ਦੇਖਣ ਨੂੰ ਇਹ 4 ਚੱਕ ਵਰਗਾ ਹੀ ਲੱਗਦਾ ਹੈ ਦੂਰੋਂ। ਫਰਕ ਬਸ ਇੰਨਾ ਹੁੰਦਾ ਹੈ ਕਿ ਇਸ ਦੇ ਵਿੱਚ ਸਿਰਫ 2 ਜਾ ਹੀ ਹੁੰਦੇ ਹਨ। ਇਹ ਵੀ ਇੱਕ ਇੰਡੀਪੈਂਡੈਂਟ ਚੱਕ ਹੈ। ਇਸ ਨੂੰ ਅਸੀਂ ਇੰਡੀਪੈਂਡੈਂਟ ਚੱਕ ਕਹਿ ਸਕਦੇ ਹਾਂ। ਇਸ ਚੱਕ ਦੇ ਵਿੱਚ ਵਿਸ਼ੇਸ਼ ਆਕਾਰ ਦੀ ਜੌਬ ਨੂੰ ਪਕੜਿਆ ਜਾ ਸਕਦਾ ਹੈ। ਸਪੈਸ਼ਲ ਜੌਬਾਂ ਪਕੜਨ ਵਾਸਤੇ ਇਸ ਤਰੀਕੇ ਦੇ ਚੱਕ ਜਿਹੜੇ ਹੈਗੇ ਇਹਨਾਂ ਨੂੰ ਵਰਤਿਆ ਜਾਂਦਾ ਹੈ। ਅੱਗੇ ਆ ਜਾਂਦਾ ਸਾਡੇ ਕੋਲ ਕੰਬੀਨੇਸ਼ਨ ਚੱਕ। ਇਹ ਚੱਕ 4 ਚੱਕ ਦੀ ਤਰ੍ਹਾਂ ਇੰਡੀਪੈਂਡੈਂਟ ਅਤੇ 3 ਚੱਕ ਦੀ ਤਰ੍ਹਾਂ ਸੈਲਫ ਸੈਂਟਰਿੰਗ ਚੱਕ ਹੈ। हाँ देखो इस कंबिनेशन चक की है 4 ਚੱਕ और 3 ਚੱਕ ਦੀ ਤਰ੍ਹਾਂ। देखो ये दोनों गुण है 4 ਚੱਕ ਦੇ ਵੀ और 3 ਚੱਕ ਦੇ ਵੀ ਗੁਣ ਹੈਗੇ। ਇੱਕ ਹੀ ਆਧਾਰ ਤੇ ਇਸ ਦੀ ਜੌਬ ਨੂੰ ਪਕੜਨ ਜਾਂ ਹੋਲਡ ਕਰਨ ਲਈ ਕੀਤਾ ਜਾਂਦਾ ਹੈ। ਜਿਵੇਂ ਕਿ ਇੱਕ ਹੀ ਆਧਾਰ ਤੇ ਜੌਬ ਨੂੰ ਪਕੜਨਾ ਹੁੰਦਾ ਹੈ ਤਾਂ ਆਪਾਂ ਅਕਸਰ ਇਸ ਤਰੀਕੇ ਦੇ ਚੱਕਸ ਦੀ ਵਰਤੋਂ ਕਰਦੇ ਹਾਂ। ਅੱਗੇ ਆ ਜਾਂਦਾ ਸਾਡੇ ਪੁਲੇਟ।
ਕੁਲਟ ਕਿਆ ਹੈ? ਕੁਲਟ ਚੱਕ ਛੋਟੇ ਸਾਈਜ਼ ਦੀਆਂ ਜੋਬਾਂ ਨੂੰ ਘੱਟ ਸਮੇਂ ਦੇ ਵਿੱਚ ਹੋਲਡ ਕਰਨ ਦੇ ਲਈ ਆਪਾਂ ਕੁਲਟ ਦੀ ਵਰਤੋਂ ਕਰਦੇ ਹਾਂ। ਜਿਵੇਂ ਕਿ ਇਸ ਦੇ ਵਿੱਚ ਕਿਹੜੀਆਂ ਕਿਸ ਟਾਈਪ ਦੀਆਂ ਆਪਾਂ ਜੋਬਾਂ ਨੂੰ ਹੋਲਡ ਕਰ ਸਕਦੇ ਹਾਂ। ਸਾਡੇ ਕੋਲ ਰਾਉਂਡ ਜੋਬਾਂ ਹਨ, ਸਕੇਅਰ ਜੋਬਾਂ ਜਾਂ 6 ਭੁਜੀਆਂ ਜੋਬਾਂ ਜਿਹੜੀਆਂ ਹੈਗੀਆਂ, ਇਹਨਾਂ ਦੇ ਵਿੱਚ ਆਪਾਂ ਬਹੁਤ ਹੀ ਘੱਟ ਸਮੇਂ ਦੇ ਵਿੱਚ ਹੋਲਡ ਕਰ ਸਕਦੇ ਹਾਂ, ਪਕੜ ਫਿੱਟ ਕਰ ਸਕਦੇ ਹਾਂ, ਪਕੜ ਸਕਦੇ ਹਾਂ। ਇਸ ਨੂੰ ਹੋਲਡ ਕਰਨ ਦੇ ਲਈ ਇੱਕ ਅਡਾਪਟਰ ਬੁਸ਼ ਦੀ ਜ਼ਰੂਰਤ ਪੈਂਦੀ ਹੈ ਔਰ ਟੇਪਰ ਸਲੀਵ ਦੀ ਵਰਤੋਂ ਵੀ ਪੈਂਦੀ ਹੈ। ਇਸ ਚੱਕ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਚਾਬ ਦੀ ਸਤਹ ਤੇ ਕੋਈ ਨਿਸ਼ਾਨ ਨਹੀਂ ਛੱਡਦਾ। ਹੁਣ ਅਕਸਰ ਅਸੀਂ ਦੇਖਦੇ ਹਾਂ ਕਿ ਬਾਕੀ ਦੇ ਚੱਕ ਜਦੋਂ ਵੀ ਅਸੀਂ ਅਪਲਾਈ ਕਰਦੇ ਹਾਂ, ਜਦੋਂ ਉਹਨਾਂ ਦੇ ਵਿੱਚ ਜੌਬ ਨੂੰ ਹੋਲਡ ਕਰਦੇ ਹਾਂ ਜਾਂ ਟਾਈਟ ਕਰਦੇ ਹਾਂ, ਜਿੱਥੇ ਜਿੱਥੇ ਉਸਦੇ ਜਿੱਥੇ ਚੱਕ ਨੂੰ ਹੋਲਡ ਕਰਨ ਵਾਸਤੇ ਉਸਤੇ ਜਾਜ਼ ਲੱਗੇ ਹੁੰਦੇ ਹਨ, ਉੱਥੇ ਕੀ ਉਹ ਨਿਸ਼ਾਨ ਛੱਡ ਦਿੰਦੇ ਆ, ਉਹਦੇ ਤੇ ਨਿਸ਼ਾਨ ਪੈ ਜਾਂਦਾ। ਜਦੋਂ ਅਸੀਂ ਟਾਈਟ ਕਰਦੇ ਹਾਂ ਉਸਨੂੰ ਨਿਸ਼ਾਨ ਪੈ ਜਾਂਦਾ ਹੈ। ਬਟ ਕੂਲਟ ਚੱਕ ਦੇ ਵਿੱਚ ਕੀ ਹੈ, ਇਸ ਦਾ ਇਹੀ ਫਾਇਦਾ ਹੈ ਕਿ ਇਸ ਦੇ ਵਿੱਚ ਨਿਸ਼ਾਨ ਜੌਬ ਤੇ ਕਿਸੇ ਵੀ ਕਿਸਮ ਦਾ ਕੋਈ ਵੀ ਨਿਸ਼ਾਨ ਨਹੀਂ ਪੈਂਦਾ। ਇਸ ਕਰਕੇ ਕੂਲਟ ਚੱਕ ਮਤਲਬ ਵਰਤੋਂ ਵਿੱਚ ਲਿਆਂਦੇ ਹਨ। ਇਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਹੈ ਮੈਗਨੇਟ ਚੱਕ। ਇਸ ਚੱਕ ਬਾਰੇ ਸਾਨੂੰ ਇਸ ਦੇ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ। ਮੈਗਨੇਟ ਮੀਨ ਚੁੰਬਕ, ਚੁੰਬਕ ਵਾਲਾ ਚੱਕ, ਕਿ ਚੁੰਬਕੀ ਸ਼ਕਤੀ ਵਾਲਾ ਚੱਕ। ਇਸ ਚੱਕ ਦੇ ਵਿੱਚ ਬਹੁਤ ਪਤਲੀਆਂ ਜੋਬਾਂ, ਹੁਣ ਕਈ ਜੋਬਾਂ ਹੁੰਦੀਆਂ ਕਿ ਪਤਲਾ ਮਟੀਰੀਅਲ ਹੁੰਦਾ ਹੈ, ਉਹਨਾਂ ਨੂੰ ਅਸੀਂ ਆਮ ਦੂਸਰੇ ਚੱਕ 3 ਜਾਂ 2 ਜਾਂ 4 ਜਾਂ ਚੱਕ ਦੇ ਵਿੱਚ ਆਪਾਂ ਉਹਦੇ ਵਿੱਚ ਹੋਲਡ ਕਰਕੇ ਅਸੀਂ ਵਰਤੋਂ ਵਿੱਚ ਨਹੀਂ ਲਿਆ ਸਕਦੇ, ਕਿਉਂਕਿ ਪਤਲੀਆਂ ਸ਼ੀਟਾਂ ਨੂੰ ਜਦੋਂ ਅਸੀਂ ਟਾਈਟ ਕਰਾਂਗੇ ਉਹ ਕੀ ਹੋਏ, ਬੈਂਡ ਹੋ ਜਾਣਗੀਆਂ। ਉਹ ਪ੍ਰੋਪਰਲੀ ਟਾਈਟ ਜਿੰਨੀ ਜ਼ਰੂਰਤ ਹੈ ਉਨੀ ਟਾਈਟ ਨਹੀਂ ਹੋ ਸਕਣਗੀਆਂ। ਇਸ ਕਰਕੇ ਸਾਨੂੰ ਇਦਾਂ ਦੀਆਂ ਜੋਬਾਂ ਨੂੰ ਪਕੜਨ ਦੇ ਲਈ ਸਾਨੂੰ ਕਿਸ ਟਾਈਪ ਦੇ ਚੱਕ ਦੀ ਜ਼ਰੂਰਤ ਪੈਂਦੀ ਹੈ? ਮੈਗਨੇਟਿਕ ਚੱਕ ਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਦੂਸਰੇ ਚੱਕ ਦੇ ਵਿੱਚ ਅਗਰ ਅਸੀਂ ਪਤਲੀਆਂ ਜੋਬਾਂ ਫੜਾਂਗੇ ਉਹ ਟੇਡੀਆਂ ਮੇਡੀਆਂ ਵੀ ਹੋ ਸਕਦੀਆਂ ਹਨ। ਇਸ ਕਰਕੇ ਉਹਨਾਂ ਦੇ ਕਿਸੇ ਵੀ ਕਿਸਮ ਦਾ ਕੋਈ ਆਪਰੇਸ਼ਨ ਨਹੀਂ ਅਸੀਂ ਕਰ ਸਕਾਂਗੇ। ਇਸ ਲਈ ਚੱਕ ਨੂੰ, ਪਰੰਤੂ ਇੱਕ ਚੱਕ ਇਸ ਚੱਕ ਦੀ ਇੱਕ ਗੱਲ ਹੈ ਕਿ ਇਸ ਚੱਕ ਨੂੰ ਅਸੀਂ ਅਪਲਾਈ ਕਰਨ ਤੋਂ ਪਹਿਲਾਂ ਸਾਨੂੰ ਇਹ 4 ਜਾਂ ਚੱਕ ਦੇ ਵਿੱਚ ਫਿੱਟ ਕਰਕੇ ਵਰਤੋਂ ਵਿੱਚ ਲਿਆਉਣਾ ਪੈਂਦਾ ਹੈ ਕਿ ਅਸੀਂ ਇਸ ਚੱਕ ਨੂੰ ਅਸੀਂ ਡਾਇਰੈਕਟ ਅਪਲਾਈ ਨਹੀਂ ਕਰ ਸਕਦੇ ਮਸ਼ੀਨ ਦੇ ਉੱਤੇ। ਇਸ ਨੂੰ ਅਸੀਂ ਅਪਲਾਈ ਕਰਨ ਤੋਂ ਪਹਿਲਾਂ ਸਾਨੂੰ 4 ਜਾਂ ਚੱਕ ਦੇ ਵਿੱਚ ਇਸ ਨੂੰ ਹੋਲਡ ਕਰਨਾ ਪੈਂਦਾ ਹੈ। ਇਸ ਕਰਕੇ ਅਸੀਂ ਇਸ ਚੱਕ ਨੂੰ ਫਿਰ ਵਰਤਿਆ ਜਾ ਸਕਦਾ, ਫਿਰ ਵਰਤੋਂ ਵਿੱਚ ਲਿਆ ਸਕਦੇ ਹਾਂ। ਅਗਲਾ ਸਾਡਾ ਹੋਲਡਿੰਗ ਡਿਵਾਈਸ ਜਿਹੜੀ ਹੈ ਉਹ ਹੈ ਫੇਸ ਪਲੇਟ। ਫੇਸ ਪਲੇਟ ਕੀ ਹੈ? ਇਹ ਇੱਕ ਕਾਸਟ ਆਇਰਨ ਦੀ ਗੋਲਾਕਾਰ ਪਲੇਟ ਹੈ ਜਿਸ ਦੇ ਅੰਦਰੂਨੀ ਚੂੜੀਆਂ, ਅੰਦਰੂਨੀ ਸੈਂਟਰ ਦੇ ਵਿੱਚ ਚੂੜੀਆਂ ਕੱਟੀਆਂ ਹੁੰਦੀਆਂ ਹਨ। ਇਹ ਚੂੜੀਆਂ ਜਿਹੜੀਆਂ ਸੈਂਟਰ ਦੇ ਵਿੱਚ ਕੱਟੀਆਂ ਹੁੰਦੀਆਂ ਹਨ, ਇਹ ਸਪਿੰਡਲ ਜੋ ਹੈਗਾ ਸਾਡਾ ਮਸ਼ੀਨ ਦਾ ਜੋ ਸਪਿੰਡਲ ਹੈ, ਸਪਿੰਡਲ ਸਾਈਜ਼ ਦੀਆਂ ਚੂੜੀਆਂ ਕੱਟੀਆਂ, ਉਹਦੇ ਸਾਈਜ਼ ਦੇ ਬਰਾਬਰ ਦੀਆਂ ਚੂੜੀਆਂ ਕੱਟੀਆਂ ਹੁੰਦੀਆਂ ਹਨ। ਪਲੇਟ ਦੇ ਫੇਸ ਉੱਤੇ ਆਇਤਾਕਾਰ ਅਤੇ ਟੀ ਸ਼ੇਪ ਦੇ ਵਿੱਚ ਸਲੌਟ ਕੱਟੇ ਹੁੰਦੇ। ਇਸ ਜਿਵੇਂ ਕਿ ਤੁਸੀਂ ਆ ਦੇਖ ਰਹੇ ਹੋ ਕਿ ਇਸ ਦੇ ਵਿੱਚ ਇਹ ਵਾਲੇ ਸਲੌਟ ਕੱਟੇ ਹੁੰਦੇ ਹਨ ਤਾਂ ਜੋ ਕਿ ਅਸੀਂ ਜੌਬ ਨੂੰ ਜਦੋਂ ਅਸੀਂ ਹੋਲਡ ਕਰਨਾ ਹੁੰਦਾ ਹੈ ਤੇ ਅਸੀਂ ਨਟ ਬੋਲਟ ਦੀ ਸਹਾਇਤਾ ਦੇ ਨਾਲ ਜੌਬ ਨੂੰ ਅਸੀਂ ਫਿੱਟ ਕਰਕੇ ਉਸ ਦੇ ਉੱਤੇ ਕੋਈ ਵੀ ਆਪਰੇਸ਼ਨ ਜੋ ਹੈਗੇ ਉਹ ਕਰ ਸਕੀਏ। ਇਸ ਕਰਕੇ ਅਸੀਂ ਫੇਸ ਪਲੇਟ ਜਿਹੜੀ ਹੈਗੀ ਹੈ ਉਹ ਵਰਤੋਂ ਵਿੱਚ ਲਿਆਂਦੇ ਹਾਂ। ਕੁਝ ਸਾਡੇ ਕੋਲ ਇੱਦਾਂ ਦੀਆਂ ਜੌਬਸ ਹੁੰਦੀਆਂ ਹਨ ਜਿਹੜੀਆਂ ਅਸੀਂ ਦੂਸਰੇ ਜੋ ਸਾਡੇ ਕੋਲ ਚੱਕ ਹੈਗੇ, ਡਰਿਲ ਚੱਕ ਹੈਗੇ, ਜਿਹੜੇ ਚੱਕ ਹੈਗੇ ਹੈ ਉਹਨਾਂ ਦੇ ਵਿੱਚ ਅਸੀਂ ਵਰਤੋਂ ਵਿੱਚ ਨਹੀਂ ਲਿਆ ਸਕਦੇ, ਚਾਹੇ ਉਹ 2 ਜਾਂ ਚੱਕ ਹੈ, 3 ਜਾਂ 4 ਜਾਂ ਚੱਕ ਹੈ। ਕੁਝ ਜੌਬਾਂ ਉਹਦੇ ਵਿੱਚ ਆਪਾਂ ਹੋਲਡ ਕਰਕੇ
ਉਹਦੇ ਆਪਰੇਸ਼ਨ ਨਹੀਂ ਕਰ ਸਕਦੇ। ਇਸ ਕਰਕੇ ਅਸੀਂ ਫੇਸ ਪਲੇਟ ਦੀ ਉੱਥੇ ਵਰਤੋਂ ਕਰਦੇ ਹਾਂ। ਔਰ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਹੈ ਲੇਥ ਮੈਂਡਲਸ। ਲੇਥ ਮੈਂਡਲਸ ਦੇ ਬਾਰੇ ਪੜਾਂਗੇ ਕੀ ਹੁੰਦਾ ਹੈ। ਅਜਿਹੇ ਪਾਰਟਸ ਜਿਸ ਦੇ ਸੈਂਟਰ ਦੇ ਵਿੱਚ ਆਰ ਪਾਰ ਸੁਰਾਖ ਹੁੰਦਾ ਹੈ। ਇਹ ਮੈਂਡਲਸ ਜਿਹੜੇ ਹੁੰਦੇ ਹਨ ਇਹਨਾਂ ਦੇ ਸੁਰਾਖ ਦੇ ਵਿੱਚ ਆਰ ਪਾਰ ਸੁਰਾਖ ਹੁੰਦਾ ਹੈ। ਇਸ ਤਰ੍ਹਾਂ ਦੇ ਜੌਬ ਲੇਥ ਮਸ਼ੀਨ ਉੱਤੇ ਪਕੜਨੇ ਆਸਾਨ ਨਹੀਂ ਹੁੰਦੇ। ਇਸ ਲਈ ਇਸ ਪ੍ਰਕਾਰ ਦੀਆਂ ਜੌਬ ਜਿਹੜੀ ਹੈਗੀਆਂ ਉਹਨਾਂ ਨੂੰ ਪਕੜਨ ਦੇ ਲਈ ਇੱਕ ਸਾਧਨ ਹੈ ਜਿਸ ਨੂੰ ਕਿ ਆਪਾਂ ਮੈਂਡਲ ਕਹਿੰਦੇ ਹਾਂ। ਇਸ ਨੂੰ ਲੇਥ ਆਰਵਰ ਵੀ ਕਿਹਾ ਜਾਂਦਾ ਹੈ। ਇਸ ਦੇ ਦੋਹਾਂ ਸਿਰਿਆਂ ਨੂੰ ਫੇਸ ਕਰਕੇ ਦੋਹੀਂ ਪਾਸੇ ਸੈਂਟਰ ਲੱਗਿਆ ਹੁੰਦਾ ਹੈ, ਜਿਸ ਕਰਕੇ ਇਹਨਾਂ ਨੂੰ ਦੋ ਸੈਂਟਰਾਂ ਵਿਚਕਾਰ ਪਕੜਿਆ ਜਾਂਦਾ ਹੈ। ਇਹ ਗੱਲ ਆਪਾਂ ਕੀਤੀ ਹੈ। ਅੱਛਾ ਹਾਂ ਕਿ ਔਰ ਇਹਦਾ ਇੱਕ ਬੜੀ ਗੱਲ ਇਹ ਹੈ ਕਿ ਇਸ ਦੇ ਨਾਲ ਕਿਸੇ ਜੌਬ ਦੇ ਉੱਤੇ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਨਿਸ਼ਾਨ ਜਦੋਂ ਪਕੜਨਾ ਹੁੰਦਾ ਉਸਦੇ ਨਿਸ਼ਾਨ ਨਹੀਂ ਪੈਂਦੇ। ਇਹ ਸਾਡੇ ਕੋਲ ਸੀਗੇ ਹੋਲਡਿੰਗ ਡਿਵਾਈਸਿਸ। ਅਸੀਂ ਹੋਲਡਿੰਗ ਡਿਵਾਈਸਿਸ ਦੇ ਬਾਰੇ ਚ ਗੱਲ ਕੀਤੀ ਹੈ। ਸਾਡੇ ਅੱਗੇ ਆ ਜਾਂਦੇ ਸਾਡੇ ਕੋਲ ਸਪੋਰਟਿੰਗ ਡਿਵਾਈਸਿਸ। ਕੁਝ ਸਾਡੇ ਕੋਲ ਸਪੋਰਟਿੰਗ ਡਿਵਾਈਸਿਸ ਹੈ ਜਿਵੇਂ ਕਿ ਡਰਾइविंग प्लेट्स है, कैच प्लेट्स है, डॉग कैरियर है, लेथ सेंटर्स ਹਨ, ਫਿਕਸਡ ਸਟੱਡੀ ਹੈ ਔਰ ਟਰੈਵਲਿੰਗ ਸਟੱਡੀ ਹੈ। ਆਓ ਅਸੀਂ ਇਹਦੇ ਬਾਰੇ ਚ ਪੜ੍ਹੀਏ ਕਿ ਸਾਡੇ ਕੋਲ ਕੀ ਹੁੰਦਾ ਹੈ। ਡਰਾइविंग प्लेट्स ਜੋ ਹੈ ਇਸ ਨੂੰ ਕੈਚ ਪਲੇਟ ਵੀ ਕਹਿੰਦੇ ਹਨ। ਇਹ ਕਾਸਟ ਆਇਰਨ ਦੀ ਗੋਲਾਕਾਰ ਆਕ੍ਰਿਤੀ ਦੇ ਵਿੱਚ ਬਣੀ ਹੁੰਦੀ ਹੈ। ਇਸ ਦੇ ਸੈਂਟਰ ਦੇ ਵਿੱਚ ਮਸ਼ੀਨ ਸਪਿੰਡਲ ਅਨੁਸਾਰ ਚੂੜੀਆਂ ਕੱਟੀਆਂ ਹੁੰਦੀਆਂ ਹਨ ਤਾਂ ਜੋ ਕਿ ਇਸ ਨੂੰ ਮਸ਼ੀਨ ਦੇ ਸਪਿੰਡਲ ਦੇ ਵਿੱਚ ਫਿੱਟ ਕਰਕੇ ਇਸ ਦੇ ਫੇਸ ਤੇ ਬਣੀਆਂ ਝਿਰੀਆਂ ਦੇ ਵਿੱਚ ਆਪਾਂ ਜੌਬ ਨੂੰ ਕਲੈਂਪ ਕਰਕੇ ਉਸ ਨੂੰ ਵਰਤੋਂ ਵਿੱਚ ਲਿਆ ਸਕਦੇ ਹਾਂ। ਕੈਚ ਪਲੇਟ ਇਹ ਇੱਕ ਜੋ ਹੈ ਇਹ ਵੀ ਗੋਲਾਕਾਰ ਸ਼ੇਪ ਦੇ ਵਿੱਚ ਕਾਸਟ ਆਇਰਨ ਦੀ ਪਲੇਟ ਹੁੰਦੀ ਹੈ। ਇਸ ਦੇ ਫੇਸ ਤੇ ਸਲੌਟ ਕੱਟੇ ਹੁੰਦੇ ਹਨ ਔਰ ਜਿਹੜੇ ਸਲੌਟ ਹਨ ਉਹ ਐਲਿਪਸ ਅੰਡਾਕਾਰ ਸਲੌਟ ਔਰ ਰਾਉਂਡ ਸਲੌਟ ਕੱਟੇ ਹੁੰਦੇ ਹਨ ਤਾਂ ਜੋ ਕਿ ਕੋਈ ਵੀ ਸਾਡੇ ਜੋ ਵੈਂਟ ਟੇਲਸ ਕੈਰੀਅਰ ਦੀ ਜਦੋਂ ਅਸੀਂ ਵੈਂਟ ਟੇਲਸ ਕੈਰੀਅਰ ਦੀ ਜ਼ਰੂਰਤ ਪੈਂਦੀ ਹੈ ਤੇ ਅਸੀਂ ਉਸਦੇ ਵੈਂਟ ਕੈਰੀਅਰ ਇਸ ਦੇ ਵਿੱਚ ਫਸਾ ਕੇ ਅਸੀਂ ਵਰਤੋਂ ਵਿੱਚ ਲਿਆ ਸਕੀਏ। ਡੌਗ ਕੈਰੀਅਰ ਇਹ ਵੀ ਲੇਥ ਮਸ਼ੀਨ ਦੀ ਇੱਕ ਅਸੈਸਰੀ ਹੈ। ਇਸ ਦਾ ਪ੍ਰਯੋਗ ਦੋ ਸੈਂਟਰਾਂ ਵਿਚਕਾਰ ਜੌਬ ਨੂੰ ਫੜਨ ਦੇ ਲਈ ਡਰਾइविंग ਪਲੇਟ ਦੀ ਸਹਾਇਤਾ ਦੇ ਨਾਲ ਅਸੀਂ ਕਰਦੇ ਹਾਂ। ਜਿਵੇਂ ਕਿ ਇਹ ਅੱਗੇ ਸਾਡੇ ਕੋਲ ਆ ਜਾਂਦੀਆਂ ਨੇ ਤਿੰਨ ਤਰ੍ਹਾਂ ਦੇ ਆ ਜਾਂਦੇ ਨੇ, ਸਟ੍ਰੇਟ, ਬੈਂਟ ਔਰ ਐਡਜਸਟੇਬਲ। ਇਹ ਸਾਡੇ ਕੋਲ ਤਿੰਨ ਤਰ੍ਹਾਂ ਦੇ ਆ ਜਾਂਦੇ ਹਨ। ਨੈਕਸਟ ਅਸੀਂ ਗੱਲ ਕਰਾਂਗੇ ਲੇਥ ਸੈਂਟਰ ਦੀ। ਲੇਥ ਸੈਂਟਰ ਜੋ ਹੈ ਇਹ ਲੰਬੀਆਂ ਜੌਬਾਂ ਨੂੰ ਸਹਾਰਾ ਦੇਣ ਵਾਸਤੇ ਉਹਨਾਂ ਨੂੰ ਸਪੋਰਟਿੰਗ ਦੇਣ ਦੇ ਲਈ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਜੌਬ ਨੂੰ ਦੋ ਸੈਂਟਰਾਂ ਦੇ ਵਿਚਕਾਰ ਬੰਨ੍ਹ ਕੇ ਆਪਰੇਸ਼ਨ ਕਰਦੇ ਹਾਂ ਤਾਂ ਡੌਗ ਕੈਰੀਅਰ ਔਰ ਡਰਾइविंग ਪਲੇਟ ਦੀ ਲੋੜ ਪੈਂਦੀ ਹੈ ਜੋ ਕਿ ਸੈਂਟਰਲ ਲੇਥ ਮਸ਼ੀਨ ਦੇ ਵਿੱਚ ਫਿੱਟ ਕਰਕੇ ਆਪਾਂ ਉਸਨੂੰ ਵਰਤੋਂ ਦੇ ਵਿੱਚ ਲਿਆਉਂਦੇ ਹਾਂ। ਅੱਗੇ ਅਸੀਂ ਪੜਾਂਗੇ ਕਿ ਸਾਡੇ ਜਿਹੜੇ ਸੈਂਟਰਸ ਲੇਥ ਸੈਂਟਰਸ ਨੇ ਉਹ ਕਿੰਨੀ ਤਰ੍ਹਾਂ ਦੇ ਨੇ। ਸਾਡੇ ਕੋਲ ਲੇਥ ਸੈਂਟਰਸ 10 ਤਰ੍ਹਾਂ ਦੇ ਆ ਜਾਂਦੇ ਨੇ। ਆਰਡੀਨਰੀ ਸੈਂਟਰਸ, ਲਾਈਵ ਸੈਂਟਰਸ, डेड सेंटर्स, कार्बाइड टिप सेंटर, वॉल सेंटर्स, पाइप सेंटर्स, इंसर्ट टाइप सेंटर, रिवॉल्विंग सेंटर, फीमेल सेंटर, स्वीवल वी सेंटर और सेल्फ ड्राइविंग सेंटर्स। ये साडे कोल सेंटर ने जिहड़े असीं अलग अलग तरह के 10 तरह के सेंटर ने जो कि असीं जॉब के अनुसार ਅਸੀਂ ਲੇਥ ਮਸ਼ੀਨ ਦੇ ਉੱਤੇ ਜਦੋਂ ਵੀ ਸਾਨੂੰ ਕੋਈ ਆਪਰੇਸ਼ਨ ਦੀ ਲੋੜ ਪੈਂਦੀ ਹੈ ਤੇ ਅਸੀਂ ਇਹਨਾਂ ਵਿੱਚੋਂ ਕੋਈ ਵੀ ਅਸੀਂ ਚੁਣ ਕੇ ਇਸ ਨੂੰ ਵਰਤੋਂ ਵਿੱਚ ਲਿਆ ਸਕਦੇ ਹਾਂ।
ਨੈਕਸਟ ਆਪਾਂ ਗੱਲ ਕੀਤੀ ਫਿਕਸ ਸਟੱਡੀ। ਫਿਕਸ ਸਟੱਡੀ ਕੀ ਹੈ? ਇਹ ਕਾਸਟ ਆਇਰਨ ਦੀ ਬਣੀ ਹੋਈ ਹੁੰਦੀ ਹੈ। ਇਸ ਨੂੰ ਲੇਥ ਮਸ਼ੀਨ ਦੇ ਬੈੱਡ ਉੱਤੇ ਫਿੱਟ ਕਰਕੇ ਉਪਯੋਗ ਦੇ ਵਿੱਚ ਲਿਆ ਜਾਂਦਾ ਹੈ। ਇਸ ਦੀ ਵਰਤੋਂ ਲੰਬੀਆਂ ਅਤੇ ਭਾਰੀਆਂ ਜੋੜਾਂ ਨੂੰ ਸਹਾਰਾ ਦੇਣ ਦੇ ਲਈ ਕੀਤੀ ਜਾਂਦੀ ਹੈ। ਫਿਕਸਡ ਮੀਨਸ ਇਹਦੇ ਸਾਨੂੰ ਸ਼ਬਦ ਨਾਮ ਤੋਂ ਹੀ ਪਤਾ ਲੱਗ ਜਾਂਦਾ ਕਿ ਫਿਕਸਡ ਇਹ ਇੱਕ ਜਗ੍ਹਾ ਤੇ ਹੀ ਇਸ ਨੂੰ ਫਿਕਸ ਕਰਕੇ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ। ਅਗਲੀ ਆ ਜਾਂਦੀ ਸਾਡੇ ਕੋਲ ट्रैवलिंग स्टडी। इस नूं फ्लोर स्टडी भी कहा जाता है। इस दे दो फिंगर 90 डिग्री ते फिट हुंदे हन। ये कैरीज दे नाल अगे पिछे चलती है। इस दे नाल जो कैरीज है मशीन का जो कैरीज हुंदा है उस दे नाल ही ये अगे पिछे मूव करती है। इस करके इसनूं असीं ट्रैवलिंग स्टडी का नाम दिता है जां ट्रैवलिंग स्टडी कह सकते हैं। ਅਤੇ ਟੂਲ ਦੇ ਨਾਲ ਨਾਲ ਚੱਲ ਕੇ ਜਾਬ ਨੂੰ ਸਹਾਰਾ ਦਿੰਦੀ ਹੈ। ਇਹ ਟੂਲ ਇੱਕ ਕੈਰੇਜ ਦੇ ਨਾਲ ਨਾਲ ਅੱਗੇ ਪਿੱਛੇ ਟੂਲ ਦੇ ਨਾਲ ਵੀ ਚੱਲਦੀ ਹੈ। ਇਸ ਕਰਕੇ ਅਸੀਂ ਇਸ ਨੂੰ ट्रैवलिंग स्टडी भी कह सकते हैं। ये साडा वीक नंबर 41 तो वीक नंबर 43 तक का जो चैप्टर सी लेथ कटिंग टूल्स ऑपरेशंस होल्डिंग डिवाइसेस एंड सपोर्टिंग डिवाइसेस इस दे विच असी जानने की कोशिश की है कि जो किहड़े-किहड़े पिछले लैक्चर दे विच असी ऑपरेशन के बारे दे विच गल कीती सी और इस लैक्चर दे विच कटिंग टूल्स के बारे गल की है, होल्डिंग डिवाइसेस के बारे गल की है और सपोर्टिंग डिवाइसेस के बारे गल